हाँ जी, ਆਪਾਂ ਇੰਸਟਾਲਮੈਂਟ ਸਟਾਰਟ ਕਰ ਰਹੇ ਹਾਂ ਕੰਪਾਊਂਡ ਇੰਟਰਸਟ ਦੀ। ਤਾਂ ਇਸ ਦੇ ਵਿੱਚ ਤਾਂ ਜੋ ਆਪਾਂ ਨੇ ਐਸਆਈ ਦੀ ਇੰਸਟਾਲਮੈਂਟ ਕੀਤੀ ਸੀ, ਇਸ ਦੇ ਵਿੱਚ ਤੇ ਇਸ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੈ, ਕਿਉਂਕਿ ਦੋਹਾਂ ਦੇ ਫਾਰਮੂਲੇ ਡਿਫਰੈਂਟ ਹੁੰਦੇ। ਤਾਂ ਹੁਣ ਆਪਾਂ ਕੰਪਾਊਂਡ ਇੰਟਰਸਟ ਦੀ ਜੋ ਇੰਸਟਾਲਮੈਂਟ ਹੈ ਉਹਦਾ ਆਪਾਂ ਬੇਸਿਕ ਦੇਖਦੇ ਆਂਗੇ। ਦੇਖੋ ਜੀ, ਮੰਨ ਲਓ ਪਰਸਨ ਐਕਸ ਨੇ ਪਰਸਨ ਵਾਈ ਤੋਂ ਕੁਝ ਰੁਪੀਜ਼ ਲੈ ਲਏ, ਐਜ ਏ ਲੋਨ ਲੈ ਲਏ। ਲੈਟ ਉਹਨੇ ਕਿ 10,000 ਰੁਪਏ ਐਕਸ ਨੇ ਵਾਈ ਤੋਂ ਲੈ ਲਏ, ਠੀਕ ਹੈ ਜੀ, ਐਜ ਏ ਲੋਨ। ਤਾਂ ਹੁਣ ਜਿਹੜਾ ਐਕਸ ਹੈ ਉਹ ਵਾਈ ਨੂੰ ਇੰਸਟਾਲਮੈਂਟ ਦੇ ਵਿੱਚ ਜੋ ਲੋਨ ਹੈ ਉਹ ਦੁਬਾਰਾ ਉਸ ਨੂੰ ਵਾਪਸ ਕਰੂਗਾ। ਮਤਲਬ ਕਿਵੇਂ? ਜੇ ਆਪਾਂ ਰੇਟ ਨੂੰ ਆਪਾਂ 10% ਲੈ ਕੇ ਚੱਲਦੇ ਹਾਂ ਤਾਂ ਕੁਐਸਚਨ ਕਿਵੇਂ ਦਾ ਹੋਊਗਾ ਵੀ ਆਪਾਂ ਨੇ ਜੋ ਜੋ ਇੰਟਰਸਟ ਹੈ, ਮਤਲਬ ਕਿ ਵੀ ਜੋ ਲੋਨ ਦੀ ਇੰਸਟਾਲਮੈਂਟ ਹੋਊਗੀ ਉਹ ਕਿੰਨੀ ਬਣੂਗੀ ਜੇ ਉਹ 2 ਸਾਲ ਦੇ ਵਿੱਚ ਲੋਨ ਨੂੰ ਵਾਪਸ ਕਰਦਾ, ਜਾਂ 2 ਸਾਲ ਚ ਕਰਦਾ, ਜਾਂ ਫਿਰ ਇਹ 3 ਸਾਲ ਚ ਕਰਦਾ, ਉਸ ਦੇ ਅਕੋਰਡਿੰਗ ਕੁਐਸਚਨ ਬਣਨਗੇ। ਤਾਂ ਦੇਖੋ ਕਿਵੇਂ ਆਪਾਂ ਇਸ ਕੁਐਸਚਨ ਨੂੰ ਕਰਾਂਗੇ। ਜਦੋਂ ਐਕਸ ਨੇ ਵਾਈ ਤੋਂ ਕਿੰਨੇ ਰੁਪੀਜ਼ ਲਏ ਨੇ? 10,000 ਲਏ ਨੇ। ਤਾਂ 10,000 ਦਾ ਕੀ ਹੋ ਗਿਆ? ਆਪਣਾ ਪ੍ਰਿੰਸੀਪਲ। ਹੁਣ 10,000 ਦੇ ਉੱਪਰ ਇੰਟਰਸਟ ਕਿੰਨਾ ਲੱਗ ਜਾਊਗਾ? 10% ਦੀ ਆਪਾਂ ਰੇਟ ਦੀ ਜੇ ਗੱਲ ਕਰੀਏ, ਦੇਖੋ 10,000 ਰੁਪੀਜ਼ ਉਹਨੇ ਲਿਆ, ਤਾਂ ਜੋ ਰੇਟ ਹੈ ਉਹ ਕਿੰਨੀ ਹੋ ਰਹੀ ਹੈ? ਰੇਟ ਕਿੰਨੀ ਹੈ? 10%। ਮਤਲਬ ਕਿ 1 ਸਾਲ ਦੇ ਵਿੱਚ ਜੋ ਅਮਾਊਂਟ ਹੈ ਉਹ 10 ਤੋਂ ਕਿੰਨੀ ਹੋ ਜਾਊ? 11 ਹੋ ਜਾਊਗੀ। ਤੇ 2 ਸਾਲ ਚ ਕਿੰਨੀ ਹੋ ਜਾਊਗੀ? 10 ਦਾ ਸਕੁਆਇਰ ਕਰ ਦਾਂਗੇ, 100 ਤੋਂ 121 ਹੋ ਜਾਊ। ਤਾਂ ਉਰੇ 100 ਦੀ ਵੈਲਿਊ ਕਿੰਨੀ ਹੈਗੀ? 10,000 ਹੈ। ਤਾਂ 121 ਦੀ ਵੈਲਿਊ ਕਿੰਨੀ ਹੋ ਜਾਊਗੀ? 12,100 ਹੋ ਜਾਊਗੀ। ਮਤਲਬ ਕਿ 2100 ਰੁਪਏ ਕੀ ਹੋਊਗਾ? ਇੰਟਰਸਟ ਹੋਊਗਾ। ਠੀਕ ਹੈ ਜੀ, 21 ਰੁਪਏ ਇੰਟਰਸਟ ਆ ਗਿਆ। ਤਾਂ 100 ਦੀ ਵੈਲਿਊ ਕਿੰਨੀ ਹੈ? 10,000। 21 ਦੀ ਵੈਲਿਊ 2100। ਤਾਂ ਟੋਟਲ ਆਪਣੇ ਕੋਲੇ ਉਹਨੂੰ ਕਿੰਨੇ ਪੈਸੇ ਵਾਪਸ ਕਰਨੇ ਪੈਣਗੇ? 12,100। 12,100 ਰੁਪੀਜ਼ ਉਹਨੂੰ ਵਾਪਸ ਕਰਨੇ ਪੈਣਗੇ। ਇਸ ਚੀਜ਼ ਨੂੰ ਕੀ ਬੋਲਦੇ ਹਾਂ ਆਪਾਂ? ਡੈਟ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਉਹ ਪਰਸਨ ਕਿਵੇਂ ਵਾਪਸ ਕਰੂਗਾ? ਮੰਨ ਲਓ ਜਦੋਂ 1 ਸਾਲ ਬਾਅਦ ਜਦੋਂ ਉਹ ਇੰਸਟਾਲਮੈਂਟ ਦੇਣਗੇ, ਆਪਾਂ ਇੰਸਟਾਲਮੈਂਟ ਸਪੋਜ਼ ਕਰਦੇ ਹਾਂ 100x ਦੀ, ਤਾਂ ਪਹਿਲੇ ਸਾਲ ਦੇ ਐਂਡ ਤੇ ਉਹਨੇ 100x ਪੇ ਕਰਤਾ। ਤਾਂ ਉਸ 100x ਦਾ 1 ਸਾਲ ਦਾ ਜੋ ਇੰਟਰਸਟ ਹੋਊਗਾ ਉਹ ਵੀ ਤਾਂ ਉਸ ਦੇ ਵਿੱਚ ਐਡ ਹੋਊਗਾ। ਇਟ ਮੀਨਸ ਉਹ 100x ਨਹੀਂ ਦੇ ਕੇ ਆਇਆ, ਮਤਲਬ ਕਿ 100x ਦਾ ਦੇ ਕੇ ਆਇਆ ਤੇ 10x ਉਹਦੇ 1 ਸਾਲ ਬਾਅਦ ਇੰਟਰਸਟ ਹੋ ਜਾਊਗਾ। ਮਤਲਬ ਕਿ 110x ਉਹਦੀ ਕੀ ਬਣ ਜੂਗੀ? ਅਮਾਊਂਟ। ਉਸ ਤੋਂ ਬਾਅਦ ਨੈਕਸਟ ਈਅਰ ਫਿਰ ਦੁਬਾਰਾ ਕਿੰਨੇ ਦੇ ਕੇ ਆਇਆ ਉਹ? 100x ਫਿਰ ਦੇ ਕੇ ਆਇਆ 100x। ਤਾਂ ਕੁੱਲ ਕਿੰਨੇ ਰੁਪਏ ਦੇ ਆਇਆ ਉਹ? 210x। ਇਹਦੀ ਵੈਲਿਊ ਕਿੰਨੀ ਹੈ? 12,100। ਤਾਂ ਆਪਾਂ ਨੇ ਉਰੋਂ x ਦੀ ਵੈਲਿਊ ਫਾਈਂਡ ਕਰਨੀ ਹੈ। ਫਿਰ ਆਪਾਂ ਨੂੰ 100 ਨਾਲ ਮਲਟੀਪਲਾਈ ਕਰਾਂਗੇ, ਆਪਣੇ ਕੋਲ ਇੰਸਟਾਲਮੈਂਟ ਆ ਜਾਊ। ਠੀਕ ਹੈ ਜੀ। ਇਸ ਤਰੀਕੇ ਨਾਲ ਆਪਾਂ ਕੁਐਸਚਨ ਕਰ ਸਕਦੇ ਹਾਂ। ਜਾਂ ਫਿਰ ਹੋਰ ਦੇਖੋ ਜੀ, ਹੋਰ ਇਹਦਾ ਕੀ ਮੈਥਡ ਹੈ, ਹੋਰ ਆਪਾਂ ਇਸ ਕੁਐਸਚਨ ਨੂੰ ਕਿਵੇਂ ਕਰ ਸਕਦੇ ਹਾਂ। ਦੇਖੋ ਜੀ, ਮੈਂ ਇੱਕ ਸਿੰਪਲ ਟਰਮਸ ਦੇ ਵਿੱਚ ਮੈਂ ਗੱਲ ਕਰ ਰਿਹਾ। ਜੇ ਪ੍ਰਿੰਸੀਪਲ ਮੇਰਾ P ਹੈ ਤੇ ਰੇਟ ਕਿੰਨੀ ਹੈ? R ਹੈ। ਜੇ ਮੈਂ ਕਿਸੇ ਤੋਂ X ਨੇ Y ਤੋਂ P ਰੁਪੀਜ਼ ਲਏ ਨੇ ਐਟ ਦਾ ਰੇਟ ਆਫ R%, ਠੀਕ ਹੈ ਜੀ, ਤਾਂ ਆਪਣੇ ਕੋਲ ਕੀ ਹੋ ਜਾਊਗਾ? ਜਿਹੜੀ ਆਪਣੇ ਕੋਲ ਅਮਾਊਂਟ ਬਣ ਜੂ ਕਿੰਨੀ ਬਣ ਜੂਗੀ? 1 + R/100 ਦਾ ਦੀ ਪਾਵਰ T। ਜੇ T ਆਪਾਂ 2 ਸਾਲ ਲੈ ਕੇ ਚੱਲਦੇ ਹਾਂ, ਠੀਕ ਹੈ ਜੀ, ਟਾਈਮ 2 ਸਾਲ। ਤਾਂ ਇੰਨੇ ਪੈਸੇ X ਨੇ Y ਨੂੰ ਵਾਪਸ ਕਰਨੇ ਹੋਣਗੇ ਐਟ ਦਾ ਐਂਡ ਆਫ 2 ਈਅਰ। ਬਟ ਉਹ ਇੰਸਟਾਲਮੈਂਟ ਦੇ ਵਿੱਚ ਪੇ ਕਰ ਰਿਹਾ। ਤਾਂ ਪਹਿਲੀ ਇੰਸਟਾਲਮੈਂਟ ਆਪਾਂ ਸਪੋਜ਼ ਕਰ ਲਈ I, ਉਹਦੀ ਸਾਰੀਆਂ ਇੰਸਟਾਲਮੈਂਟ ਇਕੁਅਲ ਇੰਸਟਾਲਮੈਂਟਸ ਨੇ, ਤਾਂ ਆਪਾਂ ਨੇ I ਸਪੋਜ਼ ਕਰ ਲਈ। ਤਾਂ ਹੁਣ I ਇੰਸਟਾਲਮੈਂਟ ਤੇ 1 ਸਾਲ ਦਾ ਕੀ ਲੱਗ ਜਾਊਗਾ? ਇੰਟਰਸਟ ਲੱਗ ਜਾਊਗਾ 1 + R/100। ਦੂਜੇ ਸਾਲ ਫਿਰ ਉਹ I ਇੰਸਟਾਲਮੈਂਟ ਦੇ ਆਇਆ, ਤਾਂ ਇਟ ਮੀਨਸ ਉਹਦਾ ਡੈਟ ਸੀਗਾ ਉਹ ਕੀ ਹੋ ਗਿਆ? ਕਲੀਅਰ ਹੋ ਗਿਆ। ਉਹਦੀ ਅਮਾਊਂਟ ਸਾਰੀ ਕੀ ਹੋ ਗਈ? ਕਲੀਅਰ ਹੋ ਗਈ। ਹੁਣ ਜੇ ਇਸ ਕੁਐਸਚਨ ਦੇ ਵਿੱਚ ਆਪਾਂ ਕੀ ਕਰਦੇ ਹਾਂ? I ਕਾਮਨ ਨਿਕਾਲ ਲੈਂਦੇ ਹਾਂ। ਤਾਂ ਪਿੱਛੇ ਕੀ ਬਚ ਗਿਆ ਮੇਰੇ ਕੋਲੇ? 1 + R/100 + 1। ਆ ਚੀਜ਼ ਮੇਰੇ ਕੋਲ ਕੀ ਰਹੇਗੀ? ਪਿੱਛੇ ਬਾਕੀ ਰਹੇਗੀ ਪ੍ਰਿੰਸੀਪਲ 1 + R/100 ਦਾ ਸਕੁਆਇਰ। ਹੁਣ ਦੇਖੋ ਜੀ, ਮੈਂ ਕੀ ਕਰੂੰਗਾ? ਇਸ ਟਰਮ ਨੂੰ ਮੈਂ T ਸਪੋਜ਼ ਕਰ ਲੈਣਾ। T 1 + R/100 ਨੂੰ ਮੈਂ T ਸਪੋਜ਼ ਕਰ ਲਿਆ। ਤਾਂ ਮੇਰੇ ਕੋਲ I ਕਿੰਨਾ ਆ ਗਿਆ? T + 1। ਇੱਥੇ ਮੇਰੇ ਕੋਲ ਕਿੰਨਾ ਬਣ ਗਿਆ? T ਦਾ ਸਕੁਆਇਰ ਇੰਟੂ P। ਤਾਂ P ਮੇਰੇ ਕੋਲ ਕਿੰਨਾ ਆ ਗਿਆ? ਪ੍ਰਿੰਸੀਪਲ ਇੰਸਟਾਲਮੈਂਟ T + 1/T² ਆ ਗਿਆ। ਤਾਂ ਹੁਣ ਮੈਨੂੰ ਇੱਕ ਫਾਰਮੂਲੇ ਦੇ ਵਿੱਚ ਚੇਂਜ ਕਰੂੰਗਾ। ਤਾਂ ਮੇਰੇ ਕੋਲ ਮੀਨਸ ਪ੍ਰਿੰਸੀਪਲ ਕਿੰਨਾ ਆ ਗਿਆ? ਮੈਨੂੰ ਇੱਧਰ ਲਿਖ ਰਿਹਾ ਇੰਟਰਸਟ, ਮਤਲਬ ਇੰਸਟਾਲਮੈਂਟ I T + 1/T²।
टी स्क्वायर। आई कितना, इनू आई लिखिया, इसनू लिखूंगा मैं टी बाई टी स्क्वायर मतलब कि 1 बाई टी प्लस 1 बाई टी दा स्क्वायर। आ मेरे को की आ गई इंस्टॉलमेंट। या फिर इसनू मैं एवें भी कर सकदा, जे मैं इस तरीके नाल देखा, चलो इस चीज़ नूं आपां ड्रॉप कर दईए, जे मैं उरे इंस्टॉलमेंट की वैल्यू देखा, इंस्टॉलमेंट कितनी आऊगी मेरे को, पी इंटू टी स्केयर ओवर टी प्लस 1। ठीक है जी, इस तरीके मैं इंस्टॉलमेंट निकाल सकदा। बट आपां ने जो मेरा मैथड बनाना है वो इत्थों ही बनूगा। देखो जी किवें, मेरे को पी की वैल्यू आ गई टी ओवर टी स्क्वायर प्लस 1 ओवर टी स्क्वायर, ये बन जूगी 1 ओवर टी प्लस 1 ओवर टी स्क्वायर। तो मेरे को हुण टी की सीगी 1 प्लस आर बाई 100 सी। हुण देखो जी, जे मैं आर नूं 10% लैके चलदा मान लो, तो मेरे को आ चीज़ कितनी बन जूगी 11 बाई 10 बन जूगी। क्योंकि देखो जे मैं उरे 1 पुट करदा, आर 10 बाई 100 आ गई, तो ये कैंसल हो गया, ये बन जूगा 11 बाई 10। ठीक है जी, 11 बाई 10 की आ गई मेरे को टी आ गई। बट मैं ਇਹਦਾ की लेना है आई दे पूरे में आई लिख लेना, या फिर मैं एवें करदा आई नूं कॉमन निकाल लेना, आई मेरे को कॉमन सी। तो ये मेरे को प्रिंसीपल ते इंस्टॉलमेंट दे विच की आ गया रिलेशन है। हुण देखो जी, मेरे को आई कितनी आई है 1 बाई टी आई है, टी कितनी है मेरी 11 बाई 10, तो ऊपर जाके कितनी बन जू 10 बाई 11। तो आ मेरे को कितनी बन जूगी 1 ओवर 11 का स्क्वायर 10 का स्क्वायर। आ मेरे को आ चीज़ बन जू। हुण जे इत्थों मैं 10 बाई 11 भी कॉमन निकाल ला, पिछे की बच गया 1 प्लस 10 बाई 11, तो ये मेरे को कितनी बन जूगी इंस्टॉलमेंट आई इंटू 10 बाई 11 21 बाई 10, सॉरी 21 बाई 11। तो प्रिंसीपल ते मेरे को जो इंटरस्ट दे विच रिलेशन आ गया वो की आ गया जी P इक्वल टू इंस्टॉलमेंट इंटू 10 बाई 11 इंटू 21 बाई 11। तो इस चीज़ नाल आपां की देखांगे जी, रेट अपने कोल कितनी सी 10% सी, तो आपां लिखांगे जी उरे इहदा मतलब कितना हुंदा 1 बाई 10। तो 10 टू 11 हो रहा है मेरे को जी 10 बाई 11, मतलब कि जो मेरे को अमाउंट है कितनी हो रही है 10 बाई 10 तो 11 हो रही है। तो मैं इंस्टॉलमेंट का की लिखूंगा 10 बाई 11, फिर इन्हें दोनों का सम करूंगा 21 बाई फिर 11। तो ये मेरे को एक फॉर्मूला बन जूगा प्रिंसीपल ते इंस्टॉलमेंट दे विच भी की रिलेशन होंदा है। तो इस तो इलावा बाकी अपने को जो क्वेश्चन ने, क्वेश्चन दे विच आपां देखदे हां जी किवें करांगे इस क्वेश्चन नूं। तो प्लीज़ इस वीडियो नूं बार-बार देख के तुसीं कर सकते हो जी सारे क्वेश्चन। देखो क्वेश्चन नंबर 1 की है, आपां इसनूं फॉर्मूले नाल ही बहुत जल्दी कर दांगे, जे बिना फॉर्मूले तो करना आपां वो भी ट्राई करांगे। ठीक है जी, आपां दोनों मैथड देखांगे, अपना क्वेश्चन फॉर्मूले नाल भी होवे ते बिना फॉर्मूले तो भी। हुण देखो जी, इस चीज़ नूं ध्यान नाल समझिओ, बहुत एक जबरदस्त कॉन्सैप्ट है। A loan of rupees 2550 is paid back in two equal half yearly installment. How much is each installment if the interest is compounded half yearly at 8% per annum? जो इंटरेस्ट है वो हाफ ईयरली लग रहे हैं तो रेट कितनी है 8% पर है। मतलब कि मैं उरे जो रेट लूँगा वो मैं हाफ करूँगा, क्योंकि हाफ ईयरली लग रहा है। जी मेरी रेट है 8% ये हैगी है अपने को पर एनम है, मतलब कि एक साल के 8% इंटरेस्ट मिलूगा, तो हाफ ईयर के कितना मिलूगा 4% इंटरेस्ट। उस तो बाद तो इसका मतलब कितना होता है 1/25, 1/25। तो जो मेरे को लोन है वो कितना मेरे को 2550, तो मतलब कि मेरा प्रिंसिपल कितना हो गया 2550। मैंने पता करनी है इंस्टॉलमेंट, तो मैं वही यूज करूंगा फॉर्मूला प्रिंसिपल इक्वल टू आई इंटू 25/26। इन्हें दोनों का सम कितना 51, इतने भी कितना आजू 26। जो मैंने 25 से कैंसिल कर दा, 25 एकम 25 0 2, 51 से कैंसिल करूंगा कितना आ जाऊगा 2 आ जाऊगा। तो इंस्टॉलमेंट कितनी आ गई मेरे को 2 इंटू 26 इंटू 26, ये बन गया जी 676। 676 में 2 ना मल्टीप्लाई कर दूंगा,
676 गुणा 2 मेरे को आ जाऊगा, आंसर आ जाऊगा 1352 रुपए इंस्टॉलमेंट है। तो मैं इस तरीके का क्वेश्चन मैं कर सकता जी। होर देखो जी, इस क्वेश्चन का मैथड की हो सकता होर अपने को इस तो इलावा। देखो जी, मैंने उस पर्सन ਨੂੰ 2550 रुपए वापस करने ने, ठीक है जी। हुण मेरे को रेट कितनी हैगी 8%, मतलब ये हैगी पर एनम हाफ ईयरली कितनी हो जाएगी 4%, कितनी हो जाएगी जी 4%। तो हुण तुसीं एक चीज़ देखो, जे रेट 4% है, मैं इहनूं की लिखूंगा जी 1/25। हुण इत्थों कॉन्सैप्ट शुरू होगा। हुण देखो जी ध्यान नाल, ਤਾਂ ਜੇ ਰੇਟ ਆਪਣੇ ਕੋਲ 1/25 ਹੈ, ਤਾਂ ਦੇਖੋ ਮੈਂ ਇਸ ਚੀਜ਼ ਨੂੰ ਕਿਵੇਂ ਕਰੂੰਗਾ। ਮੰਨ ਲਓ ਜਿਹੜੀ ਮੇਰੀ ਪਹਿਲੀ ਇੰਸਟਾਲਮੈਂਟ ਹੈ ਉਹ ਕਿੰਨੀ ਹੈ ਜੀ 26 ਹੈ, ਮਤਲਬ ਕਿ ਜੇ ਮੇਰਾ ਪ੍ਰਿੰਸੀਪਲ 25 ਹੁੰਦਾ ਤਾਂ ਮੈਂ 1 ਸਾਲ ਬਾਅਦ ਕਿੰਨੇ ਪੈਸੇ ਮੋੜਦਾ 26 ਫਸਟ ਈਅਰ ਦੇ ਵਿੱਚ। ਤਾਂ ਉਸ ਤੋਂ ਬਾਅਦ ਹੁਣ ਮੈਂ ਦੇਖੂੰਗਾ ਦੂਸਰੇ ਸਾਲ ਦਾ, ਤਾਂ ਮੈਂ ਕੀ ਕਰ ਦੂੰਗਾ 25 ਦਾ ਸਕੁਅਰ ਕਰ ਦੂੰਗਾ 625, ਉਰੇ ਆ ਜਾਊਗਾ 26 ਦਾ ਸਕੁਅਰ 676, ਉਰੇ 625 ਆ। ਤਾਂ ਉਹਦੇ ਮੈਂ 676 ਰੁਪਏ ਵਾਪਸ ਕਰਦਾ, ਮਤਲਬ ਕਿ ਇਹ ਮੇਰੀ ਹੋ ਗਈ ਸੈਕਿੰਡ ਇੰਸਟਾਲਮੈਂਟ। ਹਜੇ ਇੱਕ ਵਾਰ ਪਹਿਲਾਂ ਇਹਨੂੰ ਸਮਝੋ, ਫਿਰ ਮੈਂ ਉਸ ਤੋਂ ਬਾਅਦ ਇਹਨੂੰ ਮੈਂ ਚੰਗੀ ਤਰ੍ਹਾਂ ਸਾਰਾ ਕੁਝ ਐਕਸਪਲੇਨ ਕਰੂੰਗਾ ਤਾਂ ਕਿ ਕੋਈ ਵੀ ਡਾਊਟ ਨਾ ਰਹੇ। ਹੁਣ ਪਰ ਆਪਾਂ ਨੂੰ ਕੀ ਕਿਹਾ, ਇਕੁਅਲ ਇੰਸਟਾਲਮੈਂਟ ਕਿਹਾ ਹੋਇਆ ਇਹਨਾਂ ਨੇ, ਇਕੁਅਲ ਇੰਸਟਾਲਮੈਂਟ। ਤਾਂ ਮੈਂ ਇਸ ਨੂੰ ਇਕੁਅਲ ਕਰਨ ਵਾਸਤੇ ਦੋ ਇੰਸਟਾਲਮੈਂਟ ਨੂੰ ਇਹਨੂੰ 26 ਨਾਲ ਮਲਟੀਪਲਾਈ ਕਰ ਦੂੰਗਾ ਜੀ। ਤਾਂ ਮੇਰੇ ਕੋਲ ਇਹ ਕਿੰਨਾ ਬਣ ਗਿਆ 650 ਬਣ ਗਿਆ। 650 ਮੇਰੇ ਕੋਲ ਕਿੰਨੇ ਬਣ ਗਏ 676 ਬਣ ਗਏ। ਮਤਲਬ ਕਿ ਕੁੱਲ ਮੇਰੇ ਕੋਲ ਕਿੰਨੇ ਹੋ ਗਏ ਜੀ, ਜਿਵੇਂ ਜਿਵੇਂ ਦੋਹਾਂ ਦਾ ਐਡ ਕਰਾਂ 1275 ਉਰੇ ਬਣ ਜਾਊਗਾ 676 676। ਇਹ ਆ ਗਏ ਜੀ ਮੇਰੇ ਕੋਲ 1352, ਠੀਕ ਹੈ ਜੀ 1352 ਆ ਗਏ। ਤਾਂ ਹੁਣ ਦੇਖੋ ਮੇਰੇ ਕੋਲ ਲੋਨ ਹੈ ਕਿੰਨਾ 2550 ਰੁਪਏ ਹੈ। ਤਾਂ ਜੇ ਮੈਂ 2550 ਲੈ ਕੇ ਆਣਾ, ਮੈਨੂੰ ਇਹਨੂੰ 2 ਨਾਲ ਮਲਟੀਪਲਾਈ ਕਰਨਾ ਪਊਗਾ। ਇਹ ਵੀ ਮੇਰਾ ਕੀ ਹੋ ਜਾਊਗਾ 2 ਨਾਲ ਮਲਟੀਪਲਾਈ ਹੋ ਜਾਊਗਾ। ਤਾਂ ਮੇਰਾ ਜਿਹੜਾ ਲੋਨ ਹੈ 2550 ਦਾ, ਉਹ ਮੇਰਾ ਕੰਪਲੀਟ ਹੋ ਜਾਊਗਾ 1350 2704 ਰੁਪਏ ਮੈਂ ਉਹਨੂੰ ਕੁੱਲ ਮਿਲਾ ਕੇ ਪੇ ਕਰ ਦੂੰਗਾ। ਤੇ ਜਿਹੜੀ ਮੇਰੀ ਇੰਸਟਾਲਮੈਂਟ ਦੀ ਅਮਾਊਂਟ ਹੈ ਉਹ ਵੀ ਮੇਰੀ 2 ਨਾਲ ਮਲਟੀਪਲਾਈ ਹੋ ਜਾਊਗੀ। ਤਾਂ ਮੇਰੀ ਕਿੰਨੀ ਬਣ ਜਾਊਗੀ 1352 ਰੁਪਏ ਮੇਰੀ ਇੰਸਟਾਲਮੈਂਟ ਆ ਜਾਊਗੀ। ਆਨਸਰ ਕਿਹੜਾ ਆ ਗਿਆ ਜੀ ਆਪਸ਼ਨ ਏ। ਦੇਖੋ ਜੀ, ਮੈਂ ਇਸ ਚੀਜ਼ ਨੂੰ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਦਾ। ਤੁਸੀਂ ਦੇਖੋ ਜੀ ਇਸ ਚੀਜ਼ ਨੂੰ ਧਿਆਨ ਨਾਲ, ਮੰਨ ਲਓ ਮੈਨੇ ਲੋਨ ਲਿਆ ਹੁੰਦਾ। ਦੇਖੋ ਜੀ, ਦੇਖੋ ਮੰਨ ਲਓ ਮੇਰੇ ਕੋਲੇ 1275 ਰੁਪਏ ਦਾ ਲੋਨ ਹੁੰਦਾ। ਮੈਂ ਮੰਨ ਲਓ ਕਿਸੇ ਨੂੰ 1275 ਰੁਪਏ ਦੇਤਾ ਜੀ ਲੋਨ ਤੇ। ਮੈਂ ਦੋ ਪਰਸਨ ਨੂੰ ਦਿੱਤਾ, ਇੱਕ ਪਰਸਨ ਨੂੰ ਕਹਿਤਾ ਮੈਂ ਏ ਪਰਸਨ, ਇੱਕ ਪਰਸਨ ਹੈ ਬੀ। ਇਸ ਨੂੰ ਮੈਂ ਲੋਨ ਦਿੱਤਾ ਇੱਕ ਸਾਲ ਲਈ, ਇਸ ਨੂੰ ਮੈਂ ਦਿੱਤਾ 2 ਸਾਲ ਲਈ, ਠੀਕ ਹੈ ਜੀ। ਤਾਂ ਜਿਹੜਾ ਏ ਹੈ, ਏ ਨੂੰ ਮੈਂ ਕਿੰਨੇ ਪੈਸੇ ਦੇਵਾਂ ਤੇ ਮੈਂ ਬੀ ਨੂੰ ਕਿੰਨੇ ਪੈਸੇ ਦੇਵਾਂ ਲੋਨ ਦੇ ਵਿੱਚ ਵੀ 1275 ਦੇ ਵਿੱਚੋਂ, ਤਾਂ ਕਿ ਦੋਹਾਂ ਦਾ ਐਂਡ ਤੇ ਏ ਮੈਨੂੰ 1 ਸਾਲ ਬਾਅਦ ਉਹਨੇ ਵਾਪਸ ਕਰੇ ਜਿੰਨੇ ਮੈਨੂੰ ਬੀ ਵਾਪਸ ਕਰੇ 2 ਸਾਲਾਂ ਬਾਅਦ, ਠੀਕ ਹੈ ਜੀ। ਤਾਂ ਬਿਲਕੁਲ ਇੱਕ ਸਿੰਪਲ ਜਿਹੀ ਚੀਜ਼ ਹੈ। ਜੇ ਮੈਂ ਏ ਨੂੰ 625 ਰੁਪਏ ਦਊਂਗਾ, ਸੌਰੀ, ਜੇ ਮੈਂ ਏ ਨੂੰ 650 ਰੁਪਏ ਦਊਂਗਾ ਤੇ ਜੋ ਮੇਰੇ ਕੋਲ ਆਰ ਕਿੰਨੀ ਹੈ 4% ਹੈ, ਮੰਨ ਲਓ ਰੇਟ 4% ਹੈ। ਤਾਂ ਮੈਂ ਇਹਦਾ 1/25 ਕਰੂੰਗਾ ਤਾਂ 26 ਮੇਰੇ ਲਈ ਇੰਟਰਸਟ ਆ ਜਾਊਗਾ। ਤਾਂ ਮੈਨੂੰ ਇਹ ਕਿੰਨੇ ਦਊਗਾ 676 ਰੁਪਏ ਵਾਪਸ ਦਊਗਾ। ਤੇ ਬੀ ਨੂੰ ਮੈਂ ਦਊਂਗਾ 625 ਰੁਪਏ ਦਊਂਗਾ, ਤਾਂ ਇਹ ਵੀ ਮੈਨੂੰ ਕਿੰਨੇ ਦਊਗਾ 676 ਰੁਪਏ ਵਾਪਸ ਦਊਗਾ। ਹੁਣ ਆਪਾਂ ਕੀ ਸਪੋਜ਼ ਕਰਦੇ ਹਾਂ ਕਿ ਮੈਂ ਜਿਹੜੇ ਦੋਨੋਂ ਇੰਸਟਾਲਮੈਂਟ ਸੀ ਇੱਕੋ ਹੀ ਪਰਸਨ ਨੂੰ ਮੈਂ ਦੇਤੀਆਂ। ਇੱਕ ਨੇ ਮੈਨੂੰ ਇੱਕ ਸਾਲ ਬਾਅਦ ਵਾਪਸ ਕੀਤੀ, ਇੱਕ ਨੇ ਮੈਨੂੰ ਦੂਸਰੇ ਸਾਲ ਬਾਅਦ ਵਾਪਸ ਕੀਤੀ ਹੈ। ਤਾਂ ਜੋ ਮੇਰਾ ਡੈਟ ਸੀਗਾ ਉਹ ਪੂਰਾ ਹੋ ਗਿਆ ਜੀ। ਮੇਰੇ ਕੋਲ ਕਿੰਨੇ ਪਹੁੰਚ ਗਏ 1352 ਰੁਪਏ ਪਹੁੰਚ ਗਏ। ਮੈਂ ਉਹਨਾਂ ਨੂੰ ਦਿੱਤੇ ਸੀ 1275 ਰੁਪਏ। ਤਾਂ ਇਹੀ ਕਨਸੈਪਟ ਨਾਲ ਆਪਾਂ ਕੁਐਸਚਨ ਜੋ ਹੈ ਉਹ ਕਰਨੇ ਨੇ ਸਾਰੇ, ਠੀਕ ਹੈ ਜੀ। ਤਾਂ ਇਸ ਵੀਡੀਓ ਨੂੰ ਬਾਰ-ਬਾਰ ਦੇਖ ਕੇ ਇਸ ਕਨਸੈਪਟ ਨੂੰ ਸਮਝੋ, ਠੀਕ ਹੈ ਜੀ, ਤਾਂ ਕਿ ਜੋ ਕਨਸੈਪਟ ਦੀ ਆਪਣੇ ਕੋਲ ਕਲੈਰਿਟੀ ਹੈ ਉਹ ਹੋ ਜੇ। ਅੱਗੇ ਦੇਖੋ ਜੀ ਕੁਐਸਚਨ ਨੰਬਰ 2। A loan of 8400 is to be paid in 2 equal installment
to equal half yearly installment, the interest being charged at 10% per annum compounded half yearly. Find the each installment approx। देखो जे मेरे को रेट कितनी है 10% है तो हाफ ईयरली वास्ते मैंने कितनी करनी पड़ेगी बाय 2 कर दूंगा मेरे को कितनी आ जाएगी 5%। मैं इनू की लिखूंगा 1/20 या इनू मैं सिंपली भी कर सकदा। प्रिंसीपल कितना जी मेरा 8400 इंस्टॉलमेंट मेरे को लिखूंगा जी मैं आई इतने लिखूंगा मैं 20/21 उरे लिखूंगा जी मैं 41/21 ठीक है। जीरो ना जीरो कैंसिल हो चुकी पूरे मेरे को आ गया 2 से कटूंगा 420 आ गया तो इंस्टॉलमेंट कितनी आ गई मेरे को 420 × 20 × 21 441 डिवाइडेड बाय 41 ये मेरी इंस्टॉलमेंट है। तो जो मैं अप्रोक्सीमेट जे मैं कैंसल आउट करदा तो मेरा जो पूरे अप्रोक्सीमेट 11 आ जाऊगा अप्रोक्सीमेट 11 आ जाऊगा क्योंकि 11 × 41 होंगे जी 11 41 41 451 ठीक है जी। अप्रोक्सीमेट 11 तो थोड़ा जहा घट आऊगा तो मेरे को कितना आंसर आ जाऊगा 420 × 11 4620 रुपये मेरे को इंस्टॉलमेंट आ जाऊगी। इस तो पर थोड़ी जी होगी घट होगी बट अपने को हाँ तो आंसर आ जाऊ 4500 आंसर ठीक है जी। या फिर आप पूरा पूरा भी निकाल लेने आप इस चीज़ ਨੂੰ जे मैं एवें करा मैं कैंसल आउट इस तरीके ना करा मान लो मैं इनू कैंसल कर देना 41 10 410 10 बच गया पॉइंट समथिंग 0.25 आ गया अप्रॉक्स। तो हम मैं 444 441 10.25 ना मल्टीप्लाई करूँगा 10 ना करूँगा कितना आ जाऊगा 4410 आ जाऊगा। उस तो बाद 441 0.25 ना करूँगा मैं मतलब कि 1/4 नाल तो अप्रॉक्सीमेट 100 तो उपर आ जाऊगा नीयर अबाउट 4500 रुपये की इंस्टॉलमेंट आ जाऊगी जी मेरे को आंसर डी ही आ ठीक है जी। तो इस तरीके आप इन्होंने क्वेश्चन कर सकते हैं क्योंकि उरे अप्रॉक्स तो इतने अपने को जो मैथड से अपलाई नहीं होना ठीक है जी क्योंकि उरे अप्रॉक्सीमेशन आ गई जो पिछला मैथड से इंस्टॉलमेंट दो पार्ट च ब्रेक करके वो जो अपने को एग्जैक्ट वैल्यू आऊगी उत्थे ही अपलाई होगा। अगे देखो जी क्वेश्चन नंबर 3 A man borrows money on compound interest and returns it in two equal half-yearly installment of rupees 4410 each. Find the interest charge if the rate of interest is 10% per annum compounded half yearly. ਹੁਣ ਹਾਫ ਈਅਰਲੀ ਲੱਗ ਰਹੀ ਹੈ ਜੀ ਰੇਟ ਤਾਂ ਮੈਂ ਇਹਨੂੰ ਕੀ ਕੰਸੀਡਰ ਕਰੂੰਗਾ 5%। A man borrows money on compound interest and return in two equal half yearly installment of rupees 4410 each. तो इंस्टॉलमेंट की वैल्यू अपन गिवन है अपने इंटरस्ट चार्ज पता करना है कि कितना इंटरस्ट लगे। देखो जी बहुत मज़ेदार क्वेश्चन है मैं किमें करूँगा जी देखो 5% का मतलब है 1/20 तो मान लो मैं पहली मेरी इंस्टॉलमेंट कितनी है मैं पहले साल मैं किसी को 20 रुपये दिते तो एक साल बाद मतलब 21 रुपये वापस लूँगा जे उतो मैं 2 साल बाद मैं देखना होंगे तो मेरे 400 किन्ने बन जाते 441 बन जाते बट इन्होंने किया दोनों इंस्टॉलमेंट बिल्कुल सेम ने तो मैं इसनों भी 21 मल्टीप्लाई करूँगा जी इनू भी 21 मल्टीप्लाई तो ये मेरा बन जाऊगा 420 तो मतलब कि मैंने कुल 420 ਤੇ 400 820 रुपए ਦਿੱਤੇ ਸੀਗੇ ਉਹਨਾਂ ਨੂੰ ਇੰਟਰਸਟ ਦੇ ਤੇ ਮੈਨੂੰ ਵਾਪਸ ਕਿੰਨੇ ਆਏ ਨੇ 441 ਤੇ 441 882 रुपए इंटरस्ट ਦੇ ਆਏ बट मैनू इंस्टॉलमेंट की वैल्यू कितनी किया है 4410 मतलब कि 10 ਨਾਲ मल्टीप्लाई हुई हुई है तो मेरे को इंटरस्ट कितना आ गया इंटरस्ट मेरे को आ गया जी 62 आ गया तो 62 ਨੂੰ भी 10 ਨਾਲ मल्टीप्लाई करूँगा 620 आंसर आ जाऊगा। लो जी ऑप्शन सी है। तो इंस्टॉलमेंट इस तरीके नाल होंदी है जी ये बेस्ट वे है इंस्टॉलमेंट ਨੂੰ ਕਰਨ ਦਾ कि जो वैल्यूज़ कंप्लीट ने अपने को तो आप इंस्टॉलमेंट ਨੂੰ इस तरीके ਨਾਲ ਕਰਾਂਗੇ सारे क्वेश्चन होंगे जी कोई क्वेश्चन नहीं मतलब जो एवें ਦਾ ਹੋਊਗਾ ਜਿਹੜਾ नहीं ठीक है जी। देखो जी यही चीज़ मैं एक बार फिर रिपीट कर देना मैं इस चीज़ को दोबारा रिपीट करदा होर कॉन्सैप्ट ਦੇ ਵਿੱਚ ਤੁਹਾਡੇ क्लैरिटी आ जाऊगी। देखो जी 820 रुपये मैं दे रहा इंस्टॉलमेंट ਦੇ ਵਿੱਚ ਤਾਂ ਮੈਨੂੰ ਕਿੰਨੇ ਮਿਲਦੇ ਸੀਗੇ 882 ਮਿਲਦੇ ਸੀ
ਤਾਂ ਮੇਰੀ ਇੰਸਟਾਲਮੈਂਟ ਕਿੰਨੇ ਦੀ ਸੀਗੀ 441 ਦੀ ਮੇਰੀ ਇੰਸਟਾਲਮੈਂਟ ਸੀ। ਠੀਕ ਹੈ ਜੀ, ਉਹ ਕਿਵੇਂ ਬਣੀ ਹੈ 441 ਇੰਸਟਾਲਮੈਂਟ। ਮੈਂ ਕੀ ਕੀਤਾ ਹੋਇਆ, ਮੈਂ ਇਸ ਚੀਜ਼ ਨੂੰ ਦੋ ਪਾਰਟ 'ਚ ਬ੍ਰੇਕ ਕੀਤਾ ਹੋਇਆ ਸੀਗਾ। ਦੇਖੋ ਰੇਟ ਕਿੰਨੀ ਸੀ ਮੇਰੇ ਕੋਲੇ, ਮਤਲਬ ਮੈਂ ਇਸ ਚੀਜ਼ ਨੂੰ ਇਸ ਤਰ੍ਹਾਂ ਕੀਤਾ ਸੀਗਾ ਬ੍ਰੇਕ ਕਿ ਜੇ ਮੈਂ 441 ਰੁਪਏ ਪੇ ਕਰਦਾ, ਮੰਨ ਲਓ 1 ਸਾਲ ਬਾਅਦ ਮੈਂ 820 ਰੁਪਏ ਲੋਨ ਲਿਆ ਤੇ ਮੈਂ 441 1 ਸਾਲ ਬਾਅਦ ਪੇ ਕਰਦਾ, ਫਿਰ ਮੈਂ 441 ਰੁਪਏ 1 ਸਾਲ ਬਾਅਦ ਪੇ ਕਰਦਾ, ਤਾਂ ਮੇਰਾ ਜੋ ਸਾਰਾ ਲੋਨ ਹੈ ਉਹ ਮੇਰਾ ਪੂਰਾ ਹੋ ਜਾਂਦਾ। ਤਾਂ ਉਹਦੇ ਰੇਟ ਕਿੰਨੀ ਸੀਗੀ 5% ਰੇਟ ਸੀਗੀ। ਹੁਣ ਤੁਸੀਂ ਐਵੇਂ ਦੇਖੋ ਜੀ, ਜਿਹੜੇ ਮੈਨੇ 441 ਰੁਪਏ ਪੇ ਕੀਤੇ ਨੇ, ਰੇਟ ਮੇਰੀ 5% ਹੈ ਤਾਂ 1/20 ਤਾਂ ਮੇਰੇ ਕੋਲ ਬਣ ਜਾਊਗਾ ਜੀ 20 ਤੋਂ ਰੁਪਏ 21 ਬਣਦੇ ਨੇ। ਜੇ ਮੈਨੂੰ 21 ਨਾਲ ਦੁਬਾਰਾ ਮਲਟੀਪਲਾਈ ਕਰਦਾ ਤਾਂ ਮੇਰੇ 420 ਰੁਪਏ ਮੇਰੇ 441 ਬਣਦੇ ਨੇ। ਮਤਲਬ ਕਿ ਮੇਰੇ ਕੁੱਲ ਕਰਜ਼ਾ ਕਿੰਨਾ ਸੀਗਾ 820 ਸੀਗਾ, ਕੁੱਲ ਜੋ ਮੇਰਾ ਲੋਨ ਸੀਗਾ ਉਹਦੇ ਵਿੱਚੋਂ ਮੈਨੇ 420 ਰੁਪਏ ਜਿਹੜੇ ਮੇਰੇ 441 ਉਰੇ ਬਣੇ ਸੀ ਉਹ ਮੈਨੇ ਪੇ ਕਰਤੇ। ਮਤਲਬ ਕਿ 820 ਨੂੰ ਜੇ ਮੈਂ ਦੋ ਪਾਰਟ ਕਰਾਂ 420 ਤੇ 400 ਇਹੀ ਦੋ ਪਾਰਟ ਹੋਣਗੇ ਜੀ। ਤਾਂ ਮੈਂ 420 ਦਾ ਜੋ ਮੇਰਾ ਇੰਟਰਸਟ ਬਣਿਆ ਸੀ ਮੈਨੇ ਇੰਟਰਸਟ ਸਮੇਤ 441 ਵਾਪਸ ਕਰਤੇ ਉਰੇ। ਪਿੱਛੇ ਕਿੰਨੇ ਬਚ ਗਏ ਜੀ ਮੇਰੇ 400। ਰੇਟ 5% ਹੈ ਤਾਂ ਮੇਰੇ ਕਿੰਨੇ ਬਣਨਗੇ 441 ਬਣਨਗੇ ਜੀ। ਤਾਂ ਮੈਨੇ ਉਰੇ 2 ਸਾਲਾਂ ਬਾਅਦ ਉਹ ਵੀ ਵਾਪਸ ਕਰਤੇ, ਤਾਂ ਮੇਰੀ ਜੋ ਇੰਸਟਾਲਮੈਂਟ ਸੀ ਉਹ ਵੀ ਸੇਮ ਹੋ ਗਈ। ਕੁਐਸਚਨ ਬਹੁਤ ਈਜ਼ੀ ਹੋ ਗਿਆ। ਤਾਂ ਇਸ ਤਰੀਕੇ ਨਾਲ ਆਪਾਂ ਕਨਸੈਪਟ ਨਾਲ ਹਰ ਚੀਜ਼ ਈਜ਼ੀ ਕਰ ਸਕਦੇ ਹਾਂ। ਅੱਗੇ ਦੇਖੋ ਜੀ, ਅਗਲਾ ਕੁਐਸਚਨ ਦੇਖਦੇ ਹਾਂ ਆਪਾਂ, ਕੁਐਸਚਨ ਨੰਬਰ 4। A man borrows a certain sum and pays it back in 2 years in 2 equal installment. If the compound interest is reckoned at 4% and if he pay back annually 676, the sum borrowed is। ਹੁਣ ਦੇਖੋ ਜੀ ਕੀ ਕਹਿ ਰਿਹਾ ਹੈਗਾ, ਇੱਕ ਮੈਨ ਨੇ ਕੁਝ ਪੈਸੇ ਲਏ, ਉਧਾਰ ਲਏ, ਜੋ ਕਿ ਉਹਨੇ 2 ਇਕੁਅਲ ਇੰਸਟਾਲਮੈਂਟ ਦੇ ਵਿੱਚ ਵਾਪਸ ਕਰਨੇ ਸੀ। ਇਸ ਦਾ ਕੰਪਾਊਂਡ ਇੰਟਰਸਟ ਜੋ ਹੈ ਉਹ 4% ਦੀ ਰੇਟ ਤੇ ਲੱਗ ਰਿਹਾ ਤੇ ਉਹ ਹਰ ਸਾਲ 676 ਰੁਪਏ ਵਾਪਸ ਕਰ ਰਿਹਾ, ਤਾਂ ਉਹਨੇ ਕਿੰਨੇ ਪੈਸੇ ਲਏ ਹੋਣਗੇ। ਦੇਖੋ ਜੀ, ਕੁਝ ਉਹਨੇ ਪੈਸੇ ਲਏ ਹੋਣਗੇ ਜੀ ਉਰੇ, ਤੇ ਉਹਨੇ ਪਹਿਲੇ ਸਾਲ ਤੋਂ ਬਾਅਦ ਫਸਟ ਈਅਰ ਤੋਂ ਬਾਅਦ ਉਹਨੇ 676 ਰੁਪੀਜ਼ ਪੇ ਕਰਤੇ ਤੇ ਫਿਰ ਉਹਨੇ 676 ਰੁਪੀਜ਼ ਪੇ ਕਰਤੇ ਦੂਸਰੇ ਸਾਲ ਤੋਂ ਬਾਅਦ। ਰੇਟ ਕਿੰਨੀ ਹੈ ਜੀ 4%, ਮਤਲਬ ਕਿ 1/25। ਮੰਨ ਲਓ ਜੇ ਪਹਿਲੇ ਸਾਲ ਉਹਨੇ 25 ਰੁਪਏ ਲਏ ਤਾਂ ਉਹਦੇ ਕਿੰਨਾ ਇੰਟਰਸਟ ਬਣ ਜਾਂਦਾ, ਉਹਦਾ ਇੰਟਰਸਟ ਦੇ ਨਾਲ ਉਹਦੇ ਕਿੰਨੇ ਬਣ ਜਾਂਦੇ 26 ਬਣ ਜਾਂਦੇ। ਬਟ ਮਤਲਬ ਉਰੇ 676 ਹੈ ਤਾਂ ਇਟ ਮੀਨਸ ਇੰਟੂ 26 ਕਰਾਂਗੇ, ਇੰਟੂ 26 ਕਰਾਂਗੇ ਤਾਂ ਉਰੇ 676 ਬਣ ਗਏ ਜੀ। ਇਹ ਬਣ ਗਿਆ ਆਪਣੇ ਕੋਲੇ 650 ਰੁਪਏ। ਮਤਲਬ ਕਿ 650 ਰੁਪਏ ਤਾਂ ਉਹਨੇ ਇੱਕ ਲਏ ਸੀ, ਉਹ ਉਹਨੇ ਪਹਿਲੇ ਸਾਲ ਵਾਪਸ ਕਰਤੇ ਇੰਟਰਸਟ ਦੇ ਨਾਲ 676 ਵਾਪਸ ਕਰਤੇ। ਤਾਂ ਹੁਣ ਜੇ ਮੈਂ ਗੱਲ ਕਰਾਂ 2 ਸਾਲ ਦੀ, 25 ਤੋਂ ਕਿੰਨੇ ਬਣੇ ਨੇ 26 ਬਣੇ ਨੇ, ਤਾਂ 26 ਦਾ ਸਕੁਅਰ ਬਣੂਗਾ 676। ਉਰੇ ਕਿੰਨੇ ਬਣਨਗੇ ਜੀ 25 ਦਾ ਸਕੁਅਰ ਬਣੂਗਾ 625। ਮਤਲਬ ਕਿ ਉਹਨੇ 625 ਰੁਪਏ ਇੱਕ ਉਹਨੇ ਹੋਰ ਲਏ ਹੋਣਗੇ, ਜਿਹੜੇ ਕਿ ਉਹਨੇ 2 ਸਾਲਾਂ ਬਾਅਦ 676 ਰੁਪਏ ਵਿਦ ਇੰਟਰਸਟ ਪੇ ਕਰਤੇ। ਤਾਂ ਟੋਟਲ ਉਹਨੇ ਕਿੰਨੇ ਪੈਸੇ ਲਏ ਨੇ ਜੀ 1275। ਲਓ ਜੀ, ਆ ਆਪਣਾ ਆਨਸਰ ਹੈ ਆਪਸ਼ਨ ਏ। ਤਾਂ ਇਸ ਤਰੀਕੇ ਨਾਲ ਆਪਾਂ ਇੰਸਟਾਲਮੈਂਟ ਨੂੰ ਬਹੁਤ ਜਲਦੀ ਖਤਮ ਕਰ ਦਾਂਗੇ ਜੀ ਐਗਜ਼ਾਮ ਦੇ ਵਿੱਚ। ਅੱਗੇ ਦੇਖੋ ਜੀ ਕੁਐਸਚਨ ਨੰਬਰ 5। A sum of rupees 1100 was taken as a loan. This is to be repaid in 2 equal installment. If the rate of interest be 20% compounded annually, then the value of each installment is। ਹੁਣ ਟੋਟਲ ਲੋਨ ਕਿੰਨਾ ਹੈ ਜੀ 1100 ਰੁਪਏ ਦਾ। ਤਾਂ ਦੇਖੋ ਜੀ ਮੈਂ 20% ਤੋਂ ਕੁਐਸਚਨ ਦੇਖੂੰਗਾ 1/5 ਮੇਰੀ ਆ ਗਿਆ ਜੀ। ਮਤਲਬ ਕਿ ਜੋ ਮੇਰੀ ਪਹਿਲੀ ਇੰਸਟਾਲਮੈਂਟ ਮੈਂ ਸਪੋਜ਼ ਕਰ ਲਈ, ਮੇਰੇ ਕੋਲ ਪਹਿਲਾ ਪ੍ਰਿੰਸੀਪਲ 5 ਸੀਗਾ ਤੇ ਮੈਂ ਪਹਿਲੀ ਇੰਸਟਾਲਮੈਂਟ 6 ਰੁਪਏ ਪੇ ਕਰਤੀ। ਫਿਰ ਮੈਂ 2 ਸਾਲਾਂ ਬਾਅਦ ਮੇਰੇ 25 ਤੋਂ ਕਿੰਨੇ ਹੋ ਜਾਣਗੇ 36 ਹੋ ਜਾਣਗੇ। ਇਹ ਮੇਰੀ ਦੂਸਰੀ ਇੰਸਟਾਲਮੈਂਟ ਹੈ, ਬਟ ਦੋਨੋਂ ਇੰਸਟਾਲਮੈਂਟ ਇਕੁਅਲ ਨੇ ਤਾਂ ਮੈਂ ਉਹਦੇ 6 ਨਾਲ ਮਲਟੀਪਲਾਈ ਕਰੂੰਗਾ ਜੀ। ਤਾਂ ਪਹਿਲੀ ਇੰਸਟਾਲਮੈਂਟ ਦੋਨੋਂ ਮੇਰੀਆਂ ਕਿੰਨੀ ਆ ਗਈ 36 ਆ ਗਈ, ਇਹ ਵੀ ਕਿੰਨੀ ਆ ਗਈ 36। ਤਾਂ ਹੁਣ ਮੇਰੇ ਕੋਲ ਲੋਨ ਕਿੰਨਾ ਹੋ ਰਿਹਾ 30 ਰੁਪਏ। ਮੈਨੇ 30 ਦੇ 36 ਇੱਥੇ ਵਾਪਸ ਕੀਤੇ ਸੀਗੇ, ਉਰੇ ਮੈਨੇ 25 ਦੇ 36 ਉਰੇ ਵਾਪਸ ਕੀਤੇ ਸੀ। ਮਤਲਬ ਕਿ ਮੈਨੇ ਕੋਲ 55 ਰੁਪੀਜ਼ ਲਏ ਸੀ, ਜਿਹੜੇ ਕਿ ਮੈਨੇ 72 ਰੁਪੀਜ਼ ਵਾਪਸ ਕਰਤੇ। ਬਟ ਮੈਨੂੰ ਕੁਐਸਚਨ 'ਚ ਕਿੰਨਾ ਕੀ ਬਣਿਆ ਜੀ 1100, ਮਤਲਬ ਕਿ ਇਸ ਨੂੰ 20 ਨਾਲ ਮਲਟੀਪਲਾਈ ਕੀਤਾ ਹੋਇਆ ਹੈ। ਠੀਕ ਹੈ ਜੀ, ਤਾਂ ਮੇਰੇ ਕੋਲ ਇੰਸਟਾਲਮੈਂਟ ਨੂੰ ਮੈਂ 20 ਨਾਲ ਮਲਟੀਪਲਾਈ ਕਰ ਦੂੰਗਾ, 36 ਨੂੰ 20 ਨਾਲ ਮਲਟੀਪਲਾਈ ਕਰੂੰਗਾ ਜੀ।
720 आंसर आ जाऊगा ऑप्शन सी। ਤਾਂ ਇਹ ਇੱਕ ਬੈਸਟ ਵੇ ਨਾਲ ਅੱਗੇ ਦੇਖੋ ਜੀ ਕੁਐਸਚਨ ਨੰਬਰ 6 ਹਜੇ ਆਪਾਂ ਸਿਰਫ 2 ਸਾਲ ਵਾਲੀ ਕੁਐਸਚਨ ਕਰ ਰਹੇ ਹਾਂ ਤਾਂ ਕਿ ਇਹਦਾ ਹਰ ਕੁਐਸਚਨ ਆਪਣੇ ਕੋਲ ਕਲੀਅਰ ਹੋ ਜਾਏ। ਕੁਐਸਚਨ ਨੰਬਰ 6 A man borrows 2550 to be paid back with compound interest at the rate of 4% per annum by the end of 2 year in equal yearly installment. How much will each installment will be? ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋ। ਇਹਦੇ ਨਾਲ ਦਾ ਆਪਾਂ ਪਹਿਲਾ ਕੁਐਸਚਨ ਕਰ ਚੁੱਕੇ। ਨੈਕਸਟ ਹੈ ਜੀ ਕੁਐਸਚਨ ਨੰਬਰ 7। Question number 7 है जी what annual payment will discharge a debt of 1025 due in 2 year at the 5% per annum compound interest। ऑप्शन ने जी 500 550 541.25 560.2। देखो जी किवें करांगे एक बार आप चेक कर लेने आगे। देखो जी मैं इसनों 5% ਨੂੰ मैं लिखूंगा 1/20 मतलब कि मेरा 20 तो 21 हो जाऊगा फस्ट ईयर ਦੇ ਵਿੱਚ फिर हो जाऊगा 400 तो 441 बट ਆਪਾਂ इंस्टॉलमेंट सेम करनी इस करके मैं 21 ਨਾਲ मल्टीप्लाई कर दूंगा उरे आ जाऊगा 882 आ जाऊगा उरे आ जाऊगा अपने को 420 एंड 400 ये आ जाऊगा 820 मतलब कि जे मेरे को अमाउंट 820 होंगी तो मैं 882 रुपये पे करता तो मेरी इंस्टॉलमेंट बननी सी 441 बट हुण की है मेरे को अमाउंट कितनी है 1025 है मतलब कि जे मैं 2 तो कैंसल करा 410 441 आ चीज़ मेरे को बनती है तो हुण 410 की वैल्यू 1025 है तो मैं 441 की वैल्यू फाइंड करनी है। आ क्वेश्चन है जी मेरे को तो मैं इनू इस तरीके ना करके मैं उस तरीके ही करूँगा जो अपने को शॉर्टकट सीगा। प्रिंसीपल कितना सीगा 1025 इसकी वैल्यू आऊगी इंस्टॉलमेंट मैंने फाइंड करनी है 1/20 हो जाएगा 20/21 41/21 तो हुण जो मेरे को 5 तो कैंसल हो रहा है 4 आ गया 205 आ गया तो मेरे को इंस्टॉलमेंट आ गई 205 इंटू 21 इंटू 21 441 4 इंटू 41 कैंसिल हो जाऊगा 41 5 आ गया तो इंटरस्ट आ गया जी 2205 2205 डिवाइड बाय 4 55 1.25 तो ऑप्शन कोई नहीं है जी तो नियरेस्ट ऑप्शन बी है। वैसे पूरी पूरी ऑप्शन होनी चाहिए है जी ये बाय मिस्टेक एरर है जी आंसर बिल्कुल सही है जी 551.2। नेक्स्ट है जी क्वेश्चन नंबर 8। Shamlal takes a loan of rupees 10,500 at 10% per annum compounded annually, which is to be repaid into an equal annual installment, one at the end of 1 year and other at the end of second year. The value of each installment is देखो जी की 10% रेट है तो मैं इसनों किमें करूँगा या तो ਆਪਾਂ उस तरीके ਨਾਲ ਹੀ ਕਰਦੇ ਹਾਂ कि 10500 प्रिंसीपल है जी इंटरस्ट कितना आ जाऊगा 10/11 21/11 तो 0 कैंसल 21 5 पूरे 50 आ गया तो इंटरस्ट आ गया जी 11 गुना 11 121 गुना 5 टू 0 का पिछे आई गया 5 1 5 10 6050 तो 6050 रुपये अपने को आंसर है जी ऑप्शन बी बिल्कुल सही है। अगे देखो जी क्वेश्चन नंबर 9। A sum of rupees 6600 was taken as loan. This is to be repaid in 2 equal installments. The rate of interest is 20%, which compounded annually. Find the value of each installment. Easy question है जी तुसी अपने आप ट्राई कर सकते हो इसनों। नेक्स्ट देखो जी क्वेश्चन नंबर 10 ये भी तुसी खुद ट्राई कर सकते हो। ये च अपने सम पता करना भी कितना बहुत ईजीएस्ट क्वेश्चन है जी भी ठीक है जी। इस तो अगे भी करते हैं आप क्वेश्चन नंबर 11। क्वेश्चन नंबर 11 है what annual payment will discharge a debt of rupees 7620 due in 3 years at 16.3% per annum compound interest। देखो जी देखिए हम लोग 3 साल का क्वेश्चन आ गया कि अपन सॉल्व
देखो जी वैसे जे अपन क्वेश्चन करन लग गए बहुत ज़्यादा लेंथी हो जाएगी, पर जो अपने को बेसिक आप हम तक पढ़े हैं उसमें तो फॉलो करेंगे तो ये क्वेश्चन करने को ईजी होता है। देखो रेट कितनी है 60 एंड 2/3, ये मतलब होगा 1/, मतलब कि जो मेरी पहले साल की इंस्टॉलमेंट होगी जो मेरा पहले साल का प्रिंसिपल, मतलब कि पहले साल की मैं इंस्टॉलमेंट कितनी 7 पे करूँगा तो मेरा प्रिंसिपल कितना होगा पहले साल के लिए 6 होगा। ठीक है, सिक्स से सेकेंड ईयर में कितना हो जाएगा 36 से 14, थर्ड ईयर में हो जाएगा ये 216 एंड 3/4। देखो जी ये मेरी पहले साल की इंस्टॉलमेंट है, दूसरे की है, तीसरे, बट मैंने चाहिए ना इक्वल इंस्टॉलमेंट, तो मैं मल्टीप्लाई करूँगा 49, ये मल्टीप्लाई हो 49, ये मल्टीप्लाई हो 7, ये भी मल्टीप्लाई हो 7, तो मैं जो मल्टीप्लाई कितना 7 थोड़ी 6 में, हाँ ये आ जाएगा 306 तक 294, फिर आ जाएगा 746, 4 7 तो 216 बुरे हैं, इसमें ऐड करूँगा 300, 400, 510, 710, 762, तो 762 मेरा की हो गया प्रिंसिपल अमाउंट। तो आ मेरी कितनी आ जाएगी 343 इंटू, ठीक है जी। खुद भी चीज चेक करो, जो मेरे को प्रिंसिपल अमाउंट हुई है वो पीछे की लगी है, एक जीरो लगी है, मतलब ये कहना मल्टीप्लाई कितना है, तो जो मैं इंस्टॉलमेंट पोस्ट की है 343, ये पीछे मैं जीरो लगा दूंगा, मेरा नहीं जब तक क्वेश्चन को करते तो अपने को बहुत ज़्यादा लेंथी होना, तो देखो जी पहले किमें करते थे बेसिक मैंने तो वो भी देख लो, नहीं आप पहले किमें करते ਆਪਾਂ ਦੇਖਦੇ ਜੀ ਪਹਿਲਾਂ ਵੀ ਆਪਣੇ ਕੋਲੇ ਡਿਊ ਅਮਾਉਂਟ ਤਾਂ ਹੀ ਤਾਂ ਆਪਣੇ ਕੋਲ ਜੋ ਡੈਟ ਕੀ ਬਣੂ, ਡੈਟ ਬਣੂਗਾ ਜਿਹੜਾ 1 + 1/6 ਦੀ ਪਾਵਰ, ਇਹ ਤਾਂ ਬਣेगा अपना डेट। तो पहले साल की मेरी इंस्टॉलमेंट कितनी होगी, मान लो मैं 6 का स्क्वायर सपोज कर देंगे इंस्टॉलमेंट 36 का सपोज कर, तो ਇਹਦਾ इंटरस्ट कितना बनती है मेरे को। देखो जी मैं इस तरीके का मैं किमें करता हूँ, ये क्वेश्चन है जो अपन इंस्टॉलमेंट सपोज करनी है ना एक्चुअल ਦੇ ਵਿੱਚ, जो अपन इंस्टॉलमेंट सपोज करनी है सारा क्वेश्चन ਉਹਦੇ ऊपर डिपेंड करता है। मैं इंस्टॉलमेंट सपोज करूँगा 36, तो मैं स्क्वायर कर दूँ, सर मेरी पहली इंस्टॉलमेंट 36 है, फिर मेरी कितनी इंस्टॉलमेंट 36, जब मैं 36 रुपीज़ दे के आना तो ये मेरा हो गया जी फर्स्ट ईयर की इंस्टॉलमेंट, मतलब कि 1 साल बाद तो ਉਹਦੇ ਮੈਨੂੰ 2 ਸਾਲਾਂ ਦਾ ਇੰਟਰਸਟ ਮਿਲੂਗਾ, 36 का इंटरस्ट कितना ਮੈਨੂੰ ਪਹਿਲੇ ਸਾਲ ਦਾ 1/6 कर दूंगा जी 6x मिल जूगा, फिर 6x मिलूगा, फिर ये 6x का 1/6 करूँगा x मिल जूगा, तो मेरे कितने पैसे बन जाएंगे 2 साल बाद, ये बन जाएंगे जी 42 के 6 48 के मिल जाए। उस तो बाद मैं 2 साल बाद एंड में 36x 4 पे करूँगा, तो मैंने 6x इंटरस्ट मिल जूगा, तो मेरे 42 4 पे हो गए। ठीक है जी, ये तो मैं अमाउंट पे की 2 साल बाद, पर जो 3 साल पूरे होने के बाद 6x का एक इंटरस्ट लगूगा ना, तो 42x हो गए, तो फिर मैं एंड में 36x 4 पे कर दूंगा, टोटल मैं कितने पे करके 49 ਤੇ 42 100 ਦੇ ਵਿੱਚੋਂ ਆਪਾਂ 9 ਮਾਈਨਸ ਕਰ ਦਿੰਦੇ ਹਾਂ 91, 91 ਤੇ 6 97, 127 x मैंने पे करते जो कि ਇਹਦੇ ਵਿੱਚ 7620 गुना 7 ਦੀ क्यूब d43 डिवाइड बाय 21, ਹੁਣ मैं इसको x की वैल्यू फाइंड करूँगा, मैं 36 के नाल मल्टीप्लाई करूँगा, मतलब तो 127 मेरा इधर आ जाएगा, 36 x की वैल्यू पता करनी है कितना बन जाएगा, फिर कितना मल्टीप्लाई करूँगा जी मैं, ये आ जाएगा 6, ये आ जाएगा 6 कम 6 16, 2 4 2 आ गया, 7 आ गया 0, तो ਇਹਦੇ ਨਾਲ 7 से 10 आ जाएगा 3430 मेरा आंसर बन गया। बट ਜਿਹੜਾ ਉਹ ਵੇ ਹੈ ਉਹ ਜ਼ਿਆਦਾ ਈਜ਼ੀ ਹੈ, ਮੈਨੂੰ ਜ਼ਿਆਦਾ ਈਜ਼ी ਉਹ ਲੱਗਦਾ है, तो मैं इस तरीके ਨਾਲ करना। ਅੱਗੇ देखो जी क्वेश्चन नंबर 12, हाँ जी क्वेश्चन नंबर 12 है अपने को, sum of rupees 7500 is to be paid back in 3 equal installments
हाउ मच इज ईच इंस्टॉलमेंट इफ द इंटरेस्ट इज पेड compounded annually at 4% per annum if the interest is compounded annually at 4% per annum। ठीक है जी, देखो की क्वेश्चन है जी ये 7500 ਆਪਾਂ ਨੇ ਐਜ਼ ਏ ਪ੍ਰਿੰਸੀਪਲ ਹੈ ਤੇ ਆਪਾਂ ਨੂੰ ਤਿੰਨ ਇਕੁਅਲ ਇੰਸਟਾਲਮੈਂਟ ਦੇ ਵਿੱਚ ਵਾਪਸ ਕਰਨਾ ਰੇਟ 4% ਇੰਸਟਾਲਮੈਂਟ ਦੀ ਅਮਾਉਂਟ ਆਪਾਂ ਪਤਾ ਕਰਨੀ ਹੈ। ਦੇਖੋ ਜੀ ਕਿਵੇਂ ਕਰਾਂਗੇ ਹੁਣ ਜੋ ਰੇਟ ਹੈ ਉਹ 4% ਹੈ ਮਤਲਬ ਇਹਦਾ ਮਤਲਬ ਹੁੰਦਾ 1/25। ਠੀਕ ਹੈ ਜੀ ਤਾਂ ਉਰੇ ਆਪਣੇ ਕੋਲ ਜੇ ਆਪਾਂ 25 ਤੇ 26 ਲਵਾਂਗੇ ਮਤਲਬ ਕਿ फस्ट इंस्टॉलमेंट फिर सैकेंड ਉਹਦਾ ਸਕੁਆਇਰ ਫਿਰ ਉਹਦਾ ਕਿਊਬ ਤਾਂ ਆਪਾਂ ਨੂੰ ਦਿੱਕਤ ਆ ਜਾਊਗੀ ਥੋੜੀ ਜਿਹੀ ਕਿਉਂਕਿ 26 ਦਾ ਕਿਊਬ ਆਪਣੇ ਸ਼ਾਇਦ ਯਾਦ ਨਹੀਂ ਹੁੰਦਾ ਐਗਜ਼ਾਮ ਦੇ ਵਿੱਚ ਤਾਂ ਆਪਾਂ ਇਸ ਚੀਜ਼ ਨੂੰ ਐਵੇਂ ਨਹੀਂ ਕਰਾਂਗੇ। ਹੁਣ ਕੁਐਸਚਨ ਨੂੰ ਕਿਵੇਂ ਕਰਾਂਗੇ ਆ ਤਾਂ ਹੈਗੀ ਆਪਣੇ ਕੋਲ ਡਿਊ ਅਮਾਊਂਟ ਤਾਂ ਆਪਣੇ ਕੋਲ ਕੀ ਬਣ ਜਾਊਗਾ ਆਪਣੇ ਕੋਲ ਬਣ ਜਾਊਗਾ ਡੈਟ ਬਣ ਜਾਊਗਾ 26/25 ਦੀ ਕਿਊਬ ਲੱਗ ਜਾਂ ਫਿਰ ਆਪਾਂ ਇਹਦਾ ਮੈਨੂਅਲੀ ਵੀ ਨਿਕਾਲ ਸਕਦੇ ਹਾਂ ਆਪਾਂ ਡੈਟ ਕਿਉਂਕਿ ਐਵੇਂ ਬਹੁਤ ਦਿੱਕਤ ਆ ਜਾਊਗੀ ਤਾਂ ਮੈਨੂਅਲੀ ਦੇਖਦੇ ਹਾਂ। ਮੰਨ ਲਓ ਆਪਾਂ 1/25 ਕਰਤਾ ਤਾਂ ਉਰੇ ਆ ਜਾਊਗਾ 25 ਦੀ 75 300 ਆ ਜਾਊਗਾ फस्ट ईयर का फिर 300 फिर ਇਹਦਾ 25 ਕਰਾਂਗੇ 12 ਆ ਜਾਊਗਾ फिर 300 फिर 12 ਤੇ 12 फिर ਇਹਦਾ 12 ਦਾ 1/25 ਇਹ ਆ ਜਾਊਗਾ 0.48 ਤਾਂ ਇਹ ਆਪਣੇ ਕੋਲ ਟੋਟਲ ਡੈਟ ਆ ਜਾਊਗਾ ਤਾਂ ਆਪਾਂ ਇਸ ਕਰਕੇ 0.48 ਨੂੰ ਆਪਾਂ ਰਿਮੂਵ ਕਰ ਦਿੰਦੇ ਹਾਂ ਕਿਉਂਕਿ ਫਿਰ ਇਹਦੇ ਨਾਲ ਕੁਐਸਚਨ ਦੇ ਵਿੱਚ ਪ੍ਰੋਬਲਮ ਆ ਜਾਊਗੀ ਜ਼ਿਆਦਾ। वैसे जो आप ऑप्शन की गल करिए कि एटलीस्ट 2000 तो हो क्योंकि रेट भी बहुत घट है 4% रेट ही है तो ऑप्शन डी का आंसर ऑप्शन तो साफ दिख रहा है मतलब कि पहली बी ए बी सी तो ऑप्शन तो हो ही नहीं सकती मतलब कि इन्ना ज़्यादा डेट 1000 रुपये नाल नहीं कवर हो सकता तो डी ऑप्शन एक बिल्कुल ही आंसर पे जी तक क्लीयर कट तो चलो आप वैसे करते हैं ट्राई करते हैं 681 8436 ये बन गया अपने को डेट बन गया जी टोटल। तो हम आप इसनों रीपे करना है तो आप पहली इंस्टॉलमेंट मान लाँगे 625x जो आप 625x सपोज की है तो अपने को 25x भी आएंगे 1/25 करांगे तो फिर 25 1 क्योंकि ये उपर 2 साल का इंटरस्ट लगूगा सैकेंड इंस्टॉलमेंट जो जी आप 2 साल बाद पे करा ये उपर 1 साल का इंटरस्ट लगूगा जी थर्ड के उपर कोई इंटरस्ट नहीं लगता तो अपने को किन्ने बन गए 650 650 तो एक आ भी 650 1300 1950 ਤੇ 1951 1951 x ਆਪਣੇ ਕੋਲ ਆ ਗਈ 8436 ਆ ਗਈ ਆਪਾਂ ਵੈਲਿਊ ਪਤਾ ਕਰਨੀ ਹੈ 625 x ਦੀ ਤਾਂ x ਦੀ ਵੈਲਿਊ ਆ ਜਾਊਗੀ 8436 ਡਿਵਾਈਡ ਬਾਈ 1951 ਇਨਟੂ 625 ਤਾਂ ਇਹ ਆਪਣੇ ਕੋਲ ਉਰੋਂ ਆਨਸਰ ਨਿਕਲ ਸਕਦਾ। ਦੇਖੋ ਹੁਣ ਜੇ ਆਪਾਂ ਉਰੇ ਅਪਰੋਕਸੀਮੇਸ਼ਨ ਲਗਾਈਏ ਜੇ ਆਪਾਂ ਇਹਨੂੰ 2000 ਮੰਨ ਲਈਏ ਤੇ ਇਹਨੂੰ ਆਪਾਂ 8000 ਮੰਨ ਲਈਏ ਜਾਂ ਫਿਰ ਇਹਨੂੰ ਆਪਾਂ 8500 ਮੰਨ ਲਈਏ ਇਹਨੂੰ ਆਪਾਂ 1950 ਮੰਨ ਲਈਏ 8500 ਜਾਂ ਫਿਰ ਆਪਾਂ ਇਹਨੂੰ ਵੀ 8400 ਮੰਨ ਲੈਂਦੇ ਹਾਂ 8400 ਡਿਵਾਈਡਡ ਬਾਈ 1950 625 ਤਾਂ ਅਪਰੋਕਸੀਮੇਟ ਨਾਲ ਵੀ ਦੇਖ ਲਓ ਬਹੁਤ ਈਜ਼ੀਐਸਟ ਡੀ ਆਪਸ਼ਨ ਆਊਗੀ ਕਿ ਹੋਰ ਆਪਸ਼ਨ ਕੋਈ ਵੀ ਇਹਦੇ ਨੇੜੇ ਤੇੜੇ ਨਹੀਂ ਹੈ ਤਾਂ ਇਹਨੂੰ ਕੈਂਸਲ ਕਰ ਦਿੰਦੇ ਆਪਾਂ 5 ਤੇ ਕੈਂਸਲ ਕਰ ਦਿੰਦੇ ਹਾਂ 16 168 उरे आ जाऊगा 5 तो कैंसिल करके 3 4 5 39 आ गया तो यह 39 40 लगभग 4 तो कैंसिल होगा तो मतलब कि 2200 के लवे तवे आ गया मतलब कि बिल्कुल ये सही नहीं है मतलब होगा 2000 तो उपर ये गल क्लीयर है जी। ऑप्शन डी आंसर है ਇਹਦਾ कैलकुलेशन भी बहुत ज़्यादा डिफिकल्ट दे रखी है जी अपन डिफिकल्ट है सॉल्व करना इस क्वेश्चन में मतलब कि पूरा पूरा आंसर लेके आना डिफिकल्ट है बट गिवन ऑप्शन के विचों यही ऑप्शन एग्जाम के आई हुई ने शायद तां ही इन्होंने पाया जी। अगे देखते हैं जी आप क्वेश्चन नंबर 30 सुंदर borrowed money and returned it in 3 equal quarterly installment of 17,576 each. What sum had he borrowed if the rate of interest was 16% per annum compounded quarterly? हाँ जी तो किमें करांगे जी आप इसमें देखो सब तो पहले अपने को कंपाउंडेड क्वार्टरली है मतलब कि जो अपनी रेट है ये कितनी हो जाएगी जी
4% ਰੇਟ ਹੋ ਜੂਗੀ। ਠੀਕ ਹੈ ਜੀ, 4% ਰੇਟ ਹੋ ਜੂਗੀ ਤੇ ਆਪਾਂ ਨੂੰ 3 ਇੰਸਟਾਲਮੈਂਟ ਦੇ ਵਿੱਚ ਪੇ ਕਰ ਰਹੇ ਹਾਂ। ਤਾਂ ਦੇਖੋ ਜੀ ਇਹਨੂੰ ਕਿਵੇਂ ਕਰਾਂਗੇ, ਤਾਂ ਮਤਲਬ ਕਿ 4% ਹੁੰਦਾ 1/25। ਤਾਂ ਜੋ ਪਹਿਲੀ ਆਪਣੇ ਕੋਲ ਇੰਸਟਾਲਮੈਂਟ ਹੋਊਗੀ ਉਹ ਕਿੰਨੀ ਹੋ ਜੂਗੀ, 25 ਤੋਂ 26 ਹੋ ਜੂਗੀ। ਦੂਸਰੀ ਹੋ ਜੂਗੀ 625 ਤੋਂ 676 ਹੋ ਜੂਗੀ। ਤੇ ਤੀਸਰੀ ਹੋ ਜੂਗੀ 25 ਦਾ ਕਿਊਬ। ਆਈ ਥਿੰਕ ਇਹ 625 ਗੁਣਾ 25 15 625 ਆਈ ਥਿੰਕ ਚੈੱਕ ਕਰ ਲੈਂਦੇ ਆਪਾਂ ਮਲਟੀਪਲਾਈ ਕਰਕੇ। 25 ਗੁਣਾ 25 625 5 62 ਆਪਣੇ ਕੋਲ ਕੀ ਆ ਗਈ, ਕੈਰੀ ਆ ਗਿਆ। ਜੇ ਆਪਾਂ ਇਹਨੂੰ ਕਰਦੇ ਹਾਂ 25 5 125 12 ਆ ਗਿਆ, 50 ਤੇ 12 62 6 ਆ ਗਿਆ, 25 6 150 ਤੇ 6 156 15 625 ਆ ਗਿਆ ਜੀ। ਤੇ 676 ਦਾ ਆਈ ਥਿੰਕ ਜੋ ਆਪਾਂ ਨੂੰ ਗਿਵਨ ਹੈ ਇਹ ਇੰਨਾ ਹੀ ਹੁੰਦਾ, 676 ਹੀ ਹੁੰਦਾ, ਸੋਰੀ 17576 ਹੁੰਦਾ ਜੀ। ਤਾਂ ਫਿਰ ਤਾਂ ਕੁਐਸਚਨ ਹੀ ਬਹੁਤ ਈਜ਼ੀ ਹੈ ਜੀ। ਇੰਸਟਾਲਮੈਂਟ ਪਤਾ ਕਰਨੀ ਹੈ ਜੀ, ਫਿਰ ਤਾਂ ਆਪਣੇ ਕੋਲ ਇੰਸਟਾਲਮੈਂਟ ਵੀ ਆ ਗਈ ਆਪਣੇ ਕੋਲ। ਦੇਖੋ ਕਿਵੇਂ ਕਰਾਂਗੇ, ਇੰਸਟਾਲਮੈਂਟ ਸੇਮ ਕਰਨੀ, ਇਹਨੂੰ ਆਪਾਂ 26 ਨਾਲ ਮਲਟੀਪਲਾਈ ਕਰਾਂਗੇ, ਇਹਨੂੰ ਵੀ 26 ਨਾਲ ਮਲਟੀਪਲਾਈ ਹੋਊਗੀ, ਇਹਨੂੰ 676 ਨਾਲ ਮਲਟੀਪਲਾਈ ਹੋਊਗੀ, ਇਹਨੂੰ ਵੀ 676 ਨਾਲ ਮਲਟੀਪਲਾਈ। ਤਾਂ ਪੁੱਛਿਆ ਕੀ ਸੀਗਾ, ਵਟ ਸਮ ਹੈਡ ਹੀ ਬੋਰੋਡ, ਤਾਂ ਇਸ ਸਭ ਨੂੰ ਆਪਾਂ ਨੇ ਐਡ ਕਰਨਾ ਹੈ। ਇਹ 15 625 ਬਣ ਗਿਆ ਜੀ। ਤਾਂ ਮੈਂ ਇਹਦੇ ਵਿੱਚੋਂ 625 625 ਸਭ ਚੋਂ ਕਾਮਨ ਲੈ ਲੈਣਾ, ਚਲੋ 25 ਕਾਮਨ ਲੈ ਲੈਂਦੇ ਆਪਾਂ। ਇਹਦੇ ਵਿੱਚੋਂ 25 ਕਾਮਨ ਆ ਗਿਆ, ਪਿੱਛੇ ਕੀ ਬਚ ਗਿਆ 676 ਬਚ ਗਿਆ। ਇਹ ਆਪਾਂ ਸਿੰਪਲੀ ਐਡ ਹੀ ਕਰ ਦਿੰਦੇ ਹਾਂ ਜੀ, ਮਲਟੀਪਲਾਈ ਕਰਕੇ, ਬਹੁਤ ਈਜ਼ੀ ਹੋ ਜਾਊਗਾ। 676 ਨੂੰ ਆਪਾਂ ਪਹਿਲਾਂ 4 ਤੇ ਡਿਵਾਈਡ ਕਰਕੇ ਪਿੱਛੇ 2 ਜ਼ੀਰੋ ਲਗਾ ਦਿੰਦੇ ਹਾਂ। 16 1 27 4 6 24 3 6 36 9 16900 ਆ ਗਿਆ। 26 ਨੂੰ 625 ਨਾਲ ਮਲਟੀਪਲਾਈ ਕਰਦੇ ਹਾਂ ਆਪਾਂ। 26 ਨੂੰ ਪਹਿਲਾਂ 25 ਨਾਲ ਕਰਾਂਗੇ, 625 ਨੂੰ ਆਪਾਂ ਮਲਟੀਪਲਾਈ ਕਰਨੀ ਹੈ 26 ਨਾਲ। ਪਹਿਲਾਂ ਆਪਾਂ 25 ਗੁਣਾ 25 ਸੀ, ਇਹ 26 ਨਾਲ ਕਰਦੇ ਹਾਂ 1300, ਮਤਲਬ ਕਿ 26 ਨੂੰ ਆਪਾਂ 4 ਤੇ ਡਿਵਾਈਡ ਕਰ ਦਿੰਦੇ ਹਾਂ 13 6.5 ਪਿੱਛੇ ਲਗਾ ਦਾਂਗੇ 2 ਜ਼ੀਰੋ 650 ਆ ਗਿਆ। 650 ਨੂੰ 25 ਨਾਲ ਫਿਰ ਮਲਟੀਪਲਾਈ ਕਰ ਦਿੰਦੇ ਹਾਂ 25 0 0 25 5 125 12 आ गया। 25 गुणा 6 150 162 16 250 आ गया जी। ਤੇ 15 625 1 5 7 9 6 15 ਤੇ 2 17 1 6 6 12 13 ਦੇ 5 18 1 48 775 ਆंसर आ गया। ਮਤਲਬ ਇਹ ਵੀ ਤਾਂ ਪੋਸੀਬਲ ਹੈ ਕਿਉਂਕਿ ਉਰੇ ਆਪਾਂ ਨੂੰ 26 ਦਾ ਕਿਊਬ ਗਿਵਨ ਹੈ, ਨਹੀਂ ਕੁਐਸਚਨ ਦੀ ਕੈਲਕੂਲੇਸ਼ਨ ਬਹੁਤ ਲੈਂਥੀ ਹੋ ਜਾਂਦੀ। ਆਪਾਂ ਨੂੰ ਕੋਈ ਜੋ ਕਿਸੇ ਹੋਰ ਮੈਥਡ ਨਾਲ ਇਹਦਾ ਬਾਈ ਆਪਸ਼ਨ ਆਪਾਂ ਨੂੰ ਫਾਈਂਡ ਕਰਨਾ ਪੈਂਦਾ ਆਂਸਰ, ਨਹੀਂ ਕੁਐਸਚਨ ਡਿਫੀਕਲਟ ਹੈ ਜੀ। ਮਤਲਬ ਜੋ ਉਹਦੀ ਕੈਲਕੂਲੇਸ਼ਨ ਗਿਵਨ ਹੈ ਉਹ ਡਿਫੀਕਲਟ ਹੋ ਜਾਂਦੀ ਹੈ। ਤਾਂ ਹਾਂਜੀ ਆਪਾਂ ਇੱਥੇ ਤੱਕ ਹੀ ਕੁਐਸਚਨ ਕਰਾਂਗੇ ਕੰਪਾਊਂਡ ਇੰਟਰਸਟ ਦੇ। ਤਾਂ ਠੀਕ ਹੈ ਜੀ, ਤਾਂ ਇਹਨਾਂ ਕੁਐਸਚਨਾਂ ਨੂੰ ਤੁਸੀਂ ਬਾਰ-ਬਾਰ ਰਿਪੀਟ ਕਰੋ ਤਾਂ ਕਿ ਜੋ ਇੰਸਟਾਲਮੈਂਟ ਦਾ ਕਨਸੈਪਟ ਹੈ ਪੇਪਰ 'ਚ ਤੁਹਾਡਾ ਕੁਐਸਚਨ ਗਲਤ ਨਾ ਹੋਵੇ ਜੀ। ਥੈਂਕ ਯੂ।